ਹੈਲੋ ਸਟੂਡੈਂਟਸ C++ ਦਾ ਅੱਜ ਆਪਾਂ ਨੈਕਸਟ ਕਨਸੈਪਟ ਦੇਖਣ ਲੱਗੇ ਹਾਂ ਫੰਕਸ਼ਨ ਨਾਲ ਰਿਲੇਟਡ ਹੈ ਦੈਟ ਇਜ਼ ਫੰਕਸ਼ਨ ਓਵਰਲੋਡਿੰਗ। C++ 'ਚ ਇੱਕ ਨਵਾਂ ਕਨਸੈਪਟ ਆਇਆ ਹੈ ਕਿਉਂਕਿ C++ ਆਪਾਂ ਦੇਖਿਆ ਸੀ ਕਿ ਆਬਜੈਕਟ ਓਰੀਐਂਟਡ ਲੈਂਗੁਏਜ ਹੈ ਤੇ ਆਬਜੈਕਟ ਓਰੀਐਂਟਡ ਲੈਂਗੁਏਜ 'ਚ ਇੱਕ ਕਾਫੀ ਇੰਪੋਰਟੈਂਟ ਫੀਚਰ ਹੈ ਦੈਟ ਇਜ਼ ਪੋਲੀਮੋਰਫਿਜ਼ਮ। ਸੋ ਪੋਲੀਮੋਰਫਿਜ਼ਮ ਨੂੰ ਅਚੀਵ ਕਰਨ ਦਾ ਇੱਕ ਮੈਥਡ ਹੈ ਫੰਕਸ਼ਨ ਓਵਰਲੋਡਿੰਗ। ਸੋ ਫੰਕਸ਼ਨ ਓਵਰਲੋਡਿੰਗ ਕੀ ਹੁੰਦਾ ਹੈ? when we define two or more functions with same name। ਤੁਸੀਂ C ਲੈਂਗੁਏਜ 'ਚ ਦੇਖਿਆ ਹੋਣਾ ਹੈ ਕਿ ਆਪਾਂ ਕਾਫੀ ਸਾਰੇ ਫੰਕਸ਼ਨ ਯੂਜ਼ ਕਰਦੇ ਹਾਂ ਇੱਕ ਪ੍ਰੋਗਰਾਮ ਦੇ ਵਿੱਚ। ਇੱਕ ਆਪਣਾ ਮੇਨ ਫੰਕਸ਼ਨ ਹੁੰਦਾ ਹੈ ਤੇ ਉਸ ਤੋਂ ਇਲਾਵਾ ਆਪਾਂ ਹੋਰ ਕਾਫੀ ਸਾਰੇ ਫੰਕਸ਼ਨਸ ਯੂਜ਼ ਕਰ ਸਕਦੇ ਹਾਂ। ਜਿੱਦਾਂ ਆਪਾਂ ਲਾਸਟ ਲੈਕਚਰ 'ਚ ਦੇਖਿਆ ਸੀ ਕਿ ਸਵੈਪ ਫੰਕਸ਼ਨ ਯੂਜ਼ ਕੀਤਾ ਸੀ, ਆਪਾਂ ਸਮ ਫੰਕਸ਼ਨ ਯੂਜ਼ ਕੀਤਾ ਸੀ। ਸੋ ਇਸ ਤਰੀਕੇ ਨਾਲ ਆਪਾਂ ਇੱਕ ਪ੍ਰੋਗਰਾਮ 'ਚ ਕਾਫੀ ਸਾਰੇ ਫੰਕਸ਼ਨਸ ਯੂਜ਼ ਕਰ ਸਕਦੇ ਹਾਂ। ਬਟ ਹੁਣ ਤੱਕ ਤੁਸੀਂ ਜਿੰਨੇ ਵੀ ਪ੍ਰੋਗਰਾਮ ਬਣਾਏ ਹੋਣੇ ਆ ਉਹਨਾਂ 'ਚ ਆਪਾਂ ਹਰੇਕ ਫੰਕਸ਼ਨ ਦਾ ਨਾਮ ਇੱਕ ਯੂਨੀਕ ਰੱਖਦੇ ਸੀ ਕਿ ਹਰੇਕ ਫੰਕਸ਼ਨ ਦਾ ਨਾਮ ਹੈ ਜੋ ਡਿਫਰੈਂਟ ਹੁੰਦਾ ਸੀ। ਬਟ C++ ਦੇ ਵਿੱਚ ਇੱਕ ਫੈਸਿਲਿਟੀ ਹੈ ਕਿ ਆਪਾਂ ਦੋ ਜਾਂ ਦੋ ਤੋਂ ਜ਼ਿਆਦਾ ਫੰਕਸ਼ਨ ਦਾ ਨਾਮ ਸੇਮ ਰੱਖ ਸਕਦੇ ਹਾਂ। ਬਟ ਉਹਦੇ ਵਿੱਚ ਸੇਮ ਰੱਖਣ ਦੇ ਨਾਲ ਕੰਡੀਸ਼ਨ ਕੀ ਹੋਏਗੀ ਕਿ ਉਹਨਾਂ ਦੀ ਆਰਗੂਮੈਂਟ ਲਿਸਟ ਹੈ ਜੋ ਡਿਫਰੈਂਟ ਹੋਣੀ ਚਾਹੀਦੀ ਹੈ। ਤੇ ਉਹ ਡਿਫਰੈਂਟ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ ਲਾਈਕ ਕਿ ਉਹਦੇ ਵਿੱਚ ਨੰਬਰ ਆਫ ਆਰਗੂਮੈਂਟਸ ਡਿਫਰੈਂਟ ਨੇ। ਕੋਈ ਦੋ ਫੰਕਸ਼ਨ ਨੇ, ਇੱਕ ਦੇ ਵਿੱਚ 2 ਆਰਗੂਮੈਂਟ ਪਾਸ ਕਰ ਰਹੇ ਹਾਂ ਤੇ ਇੱਕ 'ਚ ਆਪਾਂ 4 ਆਰਗੂਮੈਂਟ ਪਾਸ ਕਰ ਰਹੇ ਹਾਂ, ਜਾਂ ਇੱਕ 'ਚ ਕੋਈ ਵੀ ਆਰਗੂਮੈਂਟ ਨਹੀਂ ਪਾਸ ਕਰ ਰਹੇ। ਉਹ ਨੰਬਰ ਆਫ ਆਰਗੂਮੈਂਟਸ ਦੇ ਵਿੱਚ ਵੀ ਹੋ ਸਕਦਾ ਡਿਫਰੈਂਸ ਤੇ ਉਹਨਾਂ ਦੇ ਸੀਕੁਐਂਸ ਦੇ ਵਿੱਚ ਵੀ ਡਿਫਰੈਂਟ ਹੋ ਸਕਦਾ ਹੈ। ਸਪੋਜ਼ ਤੁਸੀਂ 2 ਆਰਗੂਮੈਂਟ ਪਾਸ ਕਰ ਰਹੇ ਹੋ, ਪਹਿਲਾ ਆਰਗੂਮੈਂਟ ਇੰਟੀਜਰ ਹੈ ਤੇ ਦੂਸਰਾ ਆਰਗੂਮੈਂਟ ਫਲੋਟ ਹੈ, ਤੇ ਇੱਕ ਦੂਸਰੇ ਫੰਕਸ਼ਨ ਦੇ ਵਿੱਚ ਪਹਿਲਾ ਆਰਗੂਮੈਂਟ ਫਲੋਟ ਹੈ ਤੇ ਦੂਸਰਾ ਆਰਗੂਮੈਂਟ ਇੰਟੀਜਰ ਹੈ। ਸੋ ਇਸ ਤਰੀਕੇ ਨਾਲ ਵੀ ਉਹ ਡਿਫਰੈਂਸ ਹੋ ਸਕਦਾ ਹੈ। ਜਾਂ ਸਪੋਜ਼ ਕਰੋ ਤੁਹਾਡੇ ਕੋਲ 3 ਫੰਕਸ਼ਨਸ ਨੇ ਤੇ ਉਹਨਾਂ ਦਾ ਨਾਮ ਸੇਮ ਹੈ ਬਟ ਤਿੰਨਾਂ ਦੇ ਵਿੱਚ ਤੁਸੀਂ ਇੱਕ ਇੱਕ ਆਰਗੂਮੈਂਟ ਪਾਸ ਕਰ ਰਹੇ ਹੋ, ਬਟ ਉਹਨਾਂ ਦੀ ਜਿਹੜੀ ਡਾਟਾ ਟਾਈਪ ਹੈ ਉਹ ਡਿਫਰੈਂਟ ਹੈ। ਇੱਕ ਦੇ ਵਿੱਚ ਤੁਸੀਂ ਇੰਟੀਜਰ ਪਾਸ ਕਰ ਰਹੇ ਹੋ, ਇੱਕ 'ਚ ਫਲੋਟ ਪਾਸ ਕਰ ਰਹੇ ਹੋ ਤੇ ਇੱਕ 'ਚ ਕੈਰੈਕਟਰ ਡਾਟਾ ਟਾਈਪ ਦਾ ਕੋਈ ਆਰਗੂਮੈਂਟ ਪਾਸ ਕਰ ਰਹੇ ਹੋ। ਸੋ ਇਸ ਤਰੀਕੇ ਨਾਲ ਡਿਫਰੈਂਟ ਹੋ ਸਕਦੇ ਨੇ। ਸੋ ਫੰਕਸ਼ਨ ਓਵਰਲੋਡਿੰਗ ਕਰਨ ਤੋਂ ਪਹਿਲਾਂ ਆਪਾਂ ਇੱਕ ਸਿੰਪਲ ਪ੍ਰੋਗਰਾਮ ਦੇਖਦੇ ਹਾਂ ਜਿਸ 'ਚ ਫੰਕਸ਼ਨ ਓਵਰਲੋਡਿੰਗ ਨਹੀਂ ਹੈ। ਇਹ ਆਪਣਾ ਸਿੰਪਲ ਕੋਈ ਪ੍ਰੋਗਰਾਮ ਹੈ। ਦੇਖੋ ਪ੍ਰੋਗਰਾਮ ਦੇ ਵਿੱਚ ਆਪਾਂ ਕੀ ਕਰਵਾਉਣਾ ਹੈ, 3 ਆਪਣੇ ਕੋਲ ਸਪੋਜ਼ ਮੈਥਮੈਟੀਕਲ ਕੋਈ ਸ਼ੇਪਸ ਨੇ, ਆਪਾਂ ਉਹਨਾਂ ਦਾ ਏਰੀਆ ਕੈਲਕੂਲੇਟ ਕਰਵਾਉਣਾ ਹੈ ਯੂਜ਼ਿੰਗ ਫੰਕਸ਼ਨ। ਸੋ ਆਪਣੇ ਕੋਲ ਸਪੋਜ਼ ਇੱਕ ਰੈਕਟੈਂਗਲ ਹੈ। ਰੈਕਟੈਂਗਲ ਦਾ ਏਰੀਆ ਕੀ ਹੁੰਦਾ ਹੈ? ਰੈਕਟੈਂਗਲ ਦੇ ਵਿੱਚ ਆਪਣੇ ਕੋਲ ਦੋ ਚੀਜ਼ਾਂ ਹੁੰਦੀਆਂ ਨੇ, ਬ੍ਰੈਡਥ ਐਂਡ ਲੈਂਥ। ਸੋ ਰੈਕਟੈਂਗਲ ਦਾ ਏਰੀਆ ਕੀ ਹੋਇਆ? ਲੈਂਥ ਇਨਟੂ ਬ੍ਰੈਡਥ। ਇਸੇ ਤਰੀਕੇ ਨਾਲ ਆਪਣੇ ਕੋਲ ਇੱਕ ਸਰਕਲ ਹੈ। ਸਰਕਲ ਦੇ ਵਿੱਚ ਆਪਾਂ ਨੂੰ ਗਿਵਨ ਹੁੰਦਾ ਰੇਡੀਅਸ ਤੇ ਸਰਕਲ ਦੇ ਏਰੀਆ ਦਾ ਕੀ ਫਾਰਮੂਲਾ ਹੁੰਦਾ ਹੈ? 3.14 ਇੰਟੂ ਆਰ ਇੰਟੂ ਆਰ, ਇਹ ਕਹਿ ਸਕਦੇ ਆ ਪਾਈ ਆਰ ਸਕੇਅਰ। ਦੈਨ ਇੱਕ ਸਕੇਅਰ ਹੈ ਆਪਣੇ ਕੋਲ। ਸਕੇਅਰ ਦੇ ਵਿੱਚ ਆਪਣੇ ਕੋਲ ਇੱਕੋ ਹੀ ਚੀਜ਼ ਹੁੰਦੀ ਹੈ ਸਾਈਡ, ਤੇ ਉਹਦਾ ਏਰੀਆ ਦਾ ਕੀ ਫਾਰਮੂਲਾ ਹੁੰਦਾ ਹੈ? ਸਾਈਡ ਇੰਟੂ ਸਾਈਡ। ਸੋ ਇਸ ਤਰੀਕੇ ਨਾਲ ਆਪਾਂ 3 ਏਰੀਆ ਕੈਲਕੂਲੇਟ ਕਰਵਾਵਾਂਗੇ ਯੂਜ਼ਿੰਗ ਏ ਸਿੰਪਲ ਪ੍ਰੋਗਰਾਮ। ਸਪੋਜ਼ ਆਪਾਂ ਮੇਨ ਫੰਕਸ਼ਨ ਡਿਕਲੇਅਰ ਕੀਤਾ ਪਹਿਲਾਂ। ਮੇਨ ਫੰਕਸ਼ਨ ਦੇ ਵਿੱਚ ਆਪਾਂ ਨੂੰ ਹੁਣ ਕੁਝ ਵੇਰੀਏਬਲਸ ਦੀ ਜ਼ਰੂਰਤ ਪਏਗੀ। ਦੇਖੋ ਕਿਹੜੇ ਕਿਹੜੇ ਵੇਰੀਏਬਲ ਦੀ ਜ਼ਰੂਰਤ ਪੈ ਰਹੀ ਹੈ ਆਪਾਂ ਨੂੰ? ਲੈਂਥ, ਬ੍ਰੈਡਥ, ਰੇਡੀਅਸ ਐਂਡ ਸਾਈਡ। ਸੋ ਆਪਾਂ ਸਪੋਜ਼ ਕਰਕੇ ਚੱਲਦੇ ਹਾਂ ਕਿ ਲੈਂਥ, ਬ੍ਰੈਡਥ ਐਂਡ ਜੋ ਸਾਈਡ ਹੈ ਉਹ ਇੰਟੀਜਰ ਦੇ ਨੇ। ਸੋ ਆਪਾਂ ਇੰਟੀਜਰ, ਲੈਂਥ, ਬ੍ਰੈਡਥ ਐਂਡ ਸਾਈਡ। ਸੋ 3 ਵੇਰੀਏਬਲ ਕ੍ਰੀਏਟ ਕੀਤੇ LBS। ਸੋ ਲੈਂਥ, ਬ੍ਰੈਡਥ ਐਂਡ ਸਾਈਡ। ਦੈਨ ਆਪਾਂ ਇੱਕ ਸਰਕਲ ਵਾਸਤੇ ਆਪਾਂ ਨੂੰ ਰੇਡੀਅਸ ਚਾਹੀਦਾ ਹੈ। ਸਪੋਜ਼ ਕਰੋ ਫਲੋਟ ਦੇ ਵਿੱਚ ਹੈ, ਸੋ ਫਲੋਟ R। ਇਹ ਕਦੇ ਲਈ ਯੂਜ਼ ਕਰ ਰਹੇ ਆਪਾਂ? R ਫॉर ਰੇਡੀਅਸ। ਉਸ ਤੋਂ ਬਾਅਦ ਆਪਾਂ 3 ਫੰਕਸ਼ਨ ਡਿਕਲੇਅਰ ਕੀਤੇ ਆ। ਇੱਥੇ ਫੰਕਸ਼ਨ ਨੂੰ ਡਿਕਲੇਰੇਸ਼ਨ ਬੋਲਦੇ ਆਪਾਂ। ਫੰਕਸ਼ਨ ਨੂੰ ਡਿਕਲੇਅਰ ਕੀਤਾ ਹੈ void ਰੈਕਟੈਂਗਲ ਏਰੀਆ, ਰੈਕਟ ਏਰੀਆ, ਜਿਹਦੇ ਵਿੱਚ ਆਪਾਂ 2 ਆਰਗੂਮੈਂਟ ਪਾਸ ਕਰਾਂਗੇ L ਐਂਡ B, ਦੋਨੋਂ ਇੰਟੀਜਰ ਦੇ ਨੇ। ਦੈਨ ਇੱਕ ਸਰਕਲ ਏਰੀਆ ਡਿਕਲੇਅਰ ਕੀਤਾ ਜਿਹਦੇ ਵਿੱਚ ਆਪਾਂ ਰੇਡੀਅਸ ਪਾਸ ਕਰਾਂਗੇ। ਦੈਨ ਸਕੇਅਰ ਏਰੀਆ ਜਿਸ 'ਚ ਸਾਈਡ ਪਾਸ ਕਰਾਂਗੇ। ਉਸ ਤੋਂ ਬਾਅਦ ਹੈ ਸੀ ਆਊਟ ਐਂਟਰ ਸਾਈਡ ਆਫ ਸਕੇਅਰ। ਸੋ ਆਪਾਂ ਇੱਕ ਮੈਸੇਜ ਪ੍ਰਿੰਟ ਕਰਵਾਇਆ ਐਂਟਰ ਸਾਈਡ ਆਫ ਸਕੇਅਰ। ਦੈਨ ਸੀਨ ਐਸ, ਕੋਈ ਵੀ ਸਾਈਡ ਆਪਾਂ ਇੱਕ ਇਨਪੁਟ ਕਰਤੀ ਸਪੋਜ਼ 10। ਦੈਨ ਉਸ ਤੋਂ ਬਾਅਦ ਕੀ ਹੋ ਰਿਹਾ? ਸਕੇਅਰ ਏਰੀਆ ਫੰਕਸ਼ਨ ਨੂੰ ਆਪਾਂ ਕਾਲ ਕਰ ਰਹੇ ਹਾਂ ਇੱਥੋਂ ਦੀ। ਸੋ ਇੱਥੇ ਕੀ ਹੋ ਰਿਹਾ? ਫੰਕਸ਼ਨ ਨੂੰ ਕਾਲ ਕਰ ਰਹੇ ਹਾਂ ਆਪਾਂ ਤੇ ਉਹਦੇ ਵਿੱਚ ਪਾਸ ਕੀ ਕੀਤਾ? ਐਸ। ਹੁਣ ਦੇਖੋ ਫੰਕਸ਼ਨ ਕਿਹੜਾ ਕਾਲ ਕੀਤਾ ਹੈ? ਸਕੇਅਰ ਏਰੀਆ। ਸਕੇਅਰ ਏਰੀਆ ਫੰਕਸ਼ਨ ਕਿੱਥੇ ਆਪਣੇ ਕੋਲ? ਇਹ ਸਰਕਲ ਏਰੀਆ, ਰੈਕਟੈਂਗਲ ਏਰੀਆ ਐਂਡ ਸਕੇਅਰ ਏਰੀਆ। ਸੋ ਇਹ ਫੰਕਸ਼ਨ ਕਾਲ ਹੋਏਗਾ ਇਸ ਪੋਜੀਸ਼ਨ ਤੋਂ ਆਪਾਂ ਇੱਥੇ ਆ ਗਏ ਤੇ ਇਹਦੇ ਵਿੱਚ ਪਾਸ ਕੀ ਹੋਇਆ? ਐਸ, ਦੈਟ ਇਜ਼ 10। ਸੋ 10 ਦੀ ਵੈਲਿਊ ਇਹ ਵਾਲੇ ਐਸ 'ਚ ਆ ਗਈ। ਉਸ ਤੋਂ ਬਾਅਦ ਸੀ ਆਊਟ ਏਰੀਆ ਆਫ ਸਕੇਅਰ, ਏਰੀਆ ਆਫ ਸਕੇਅਰ ਪ੍ਰਿੰਟ ਹੋਇਆ।
then s into s that is 10 into 10 100 प्रिंट हो गया। सो ਇਹਦੇ ਨਾਲ ਕੀ ਹੈ ਏਰੀਆ ਆਫ ਸਕੁਅਰ ਪ੍ਰਿੰਟ ਹੋ ਗਿਆ 100। then function close ਤੇ ਵਾਪਸ ਆ ਗਏ। ਉਸ ਤੋਂ ਬਾਅਦ ਨੈਕਸਟ ਸਟੇਟਮੈਂਟ ਹੈ see out enter radius of circle। so enter radius of circle प्रिंट हो गया। then scene r scene क्यों यूज कर रहे हैं ਆਪਾਂ इनपुट ਲਈ r इनपुट करवाया। सो ਆਪਾਂ ਨੇ ਸਪੋਜ਼ ਕਰੋ r ਦੀ ਇਨਪੁਟ ਕਰਤੀ 10.0 क्योंकि ये फ्लोट वैल्यू है, तुसी 10 भी एंटर करोगे तो भी 10.0 ही होएगा। सो 10 वैल्यू एंटर करती। देन उस तो बाद की है सर्कल एरिया फंक्शन ਨੂੰ ਆਪਾਂ ਕਾਲ ਕੀਤਾ ਹੈ। ਸਰਕਲ ਏਰੀਆ ਫੰਕਸ਼ਨ ਕਿੱਥੇ ਹੈ ਇਹ ਸੀ। ਸੋ ਸਰਕਲ ਏਰੀਆ ਫੰਕਸ਼ਨ ਨੂੰ ਕਾਲ ਕੀਤਾ ਤੇ ਉਹਦੇ ਵਿੱਚ ਵੈਲਿਊ ਕੀ ਪਾਸ ਕੀਤੀ ਹੈ r। देन r ਦੀ ਵੈਲਿਊ ਇਹ ਵਾਲੇ r ਚ ਆ ਗਈ that is 10। सो सी आउट एरिया ऑफ सर्कल प्रिंट होएगा। की प्रिंट होएगा 3.14 इंटू आर दैट इज 10 इंटू 10। सो 10 इंटू 10 इंटू 3.14 कितना बन गया 314। देन इसी तरीके नाल सी आउट एंटर लेंथ एंड ब्रेड्थ ऑफ रेक्टेंगल। ये प्रिंट होएगा मैसेज एंटर लेंथ एंड ब्रेड्थ ऑफ रेक्टेंगल। सपोज करो तुसी वैल्यूज एंटर करवाइया 10 एंड 20। सो 10 एंड 20 वैल्यूज कित्थे चली गईयां सीन L एंड B दे विच। सो L दी वैल्यू कितनी होगी 10 एंड B दी वैल्यू कितनी होगी 20। उस तो बाद रेक्ट एरिया रेक्टेंगल एरिया आपां ने फंक्शन कॉल किया। ये रेक्टेंगल एरिया फंक्शन है। सो फंक्शन इत्थों दी जंप होके इत्थे आ गया। then L एंड B दे विच कितनी वैल्यूज आ गई 10 एंड 20। उस तो बाद एरिया ऑफ रेक्टेंगल प्रिंट होएगा। एरिया ऑफ रेक्टेंगल देखो अपन डबल कोट्स च लिखा है। सो इस करके एज इट इज प्रिंट हो रहा है एरिया ऑफ रेक्टेंगल इज इक्वल टू then L इंटू B ये अलग पार्ट है ते विदाउट इनवर्टेड कॉमा है। सो इस करके इत्थे इहदी वैल्यू प्रिंट होंदी है। L इंटू B कितना हो गया 10 इंटू 20 दैट इज 200। सो उस तो बाद गेट ch एंड प्रोग्राम क्लोज। ਹੁਣ ਇੱਕ ਸਿੰਪਲ ਪ੍ਰੋਗਰਾਮ ਸੀ ਜਿਹਦੇ ਵਿੱਚ ਆਪਾਂ ਤਿੰਨ ਫੰਕਸ਼ਨ ਯੂਜ਼ ਕੀਤੇ ਆ। ਤਿੰਨਾਂ ਦੇ ਨਾਮ ਵੀ ਅਲੱਗ-ਅਲੱਗ ਨੇ, ਆਰਗੂਮੈਂਟ ਵੀ ਅਲੱਗ-ਅਲੱਗ ਨੇ। ਸੋ ਇੱਥੇ ਕਿਹੜੇ-ਕਿਹੜੇ ਫੰਕਸ਼ਨ ਨੇ ਰੈਕਟੈਂਗਲ ਏਰੀਆ, ਸਰਕਲ ਏਰੀਆ ਐਂਡ ਸਕੁਅਰ ਏਰੀਆ। ਸੋ ਜਿਹੜੇ ਵੀ ਫੰਕਸ਼ਨ ਨੂੰ ਕਾਲ ਕਰਨਾ ਆਪਾਂ ਉਹਦਾ ਨਾਮ ਲਿਖ ਦਿੰਨੇ ਆ ਤੇ ਉਹ ਫੰਕਸ਼ਨ ਕਾਲ ਹੋ ਜਾਂਦਾ ਹੈ ਤੇ ਉਹਦੇ ਕੋਰੈਸਪੋਂਡਿੰਗਲੀ ਜੋ ਵੀ ਆਪਾਂ ਨੇ ਕੋਡ ਲਿਖਿਆ ਉਹ ਐਗਜ਼ੀਕਿਊਟ ਹੋ ਰਿਹਾ ਹੈ। ਸੋ ਇਸ ਪ੍ਰੋਗਰਾਮ 'ਚ ਕੀ ਸੀ ਕਿ ਆਪਾਂ ਤਿੰਨ ਸ਼ੇਪਸ ਦੇ ਰੈਕਟੈਂਗਲ, ਸਰਕਲ ਐਂਡ ਸਕੁਅਰ ਤਿੰਨਾਂ ਦੇ ਏਰੀਆਜ਼ ਪ੍ਰਿੰਟ ਕਰਵਾਏ ਨੇ। ਸੋ ਇੱਥੇ ਹੁਣ ਦੇਖੋ ਜੋ ਨਾਮ ਨੇ ਨਾਮ ਕੀ ਹੈ ਸਰਕਲ ਏਰੀਆ। ਤੁਸੀਂ ਇਸ ਦੀ ਜਗ੍ਹਾ ਤੇ ਕੋਈ ਹੋਰ ਨਾਮ ਵੀ ਲੈ ਸਕਦੇ ਹੋ। ਇਸ ਦੀ ਜਗ੍ਹਾ ਤੇ ਆਪਾਂ ਸਿੰਪਲ ਕੱਲਾ ਸਰਕਲ ਨਾਮ ਵੀ ਲੈ ਸਕਦੇ ਸੀ, ਰੈਕਟੈਂਗਲ ਵੀ ਲੈ ਸਕਦੇ ਸੀ ਕੱਲਾ ਰੈਕਟੈਂਗਲ। ਸੋ ਅਗਰ ਤੁਸੀਂ ਇੱਥੇ ਰੈਕਟੈਂਗਲ ਲੈ ਰਹੇ ਹੋ ਤਾਂ ਤੁਹਾਨੂੰ ਇੱਥੋਂ ਦੀ ਕੋਡ ਵੀ ਕੀ ਕਰਨਾ ਪੈਣਾ ਸੀ ਰੈਕਟੈਂਗਲ ਨਾਮ ਦੇ ਨਾਲ ਰੈਕਟੈਂਗਲ। ਸੋ ਜੋ ਨਾਮ ਆਪਾਂ ਇੱਥੇ ਯੂਜ਼ ਕਰ ਰਹੇ ਹਾਂ ਉਹੀ ਨਾਮ ਦੇ ਨਾਲ ਆਪਾਂ ਨੂੰ ਕਾਲ ਕਰਨਾ ਪੈਂਦਾ। ਸੋ ਤੁਸੀਂ ਕੋਈ ਵੀ ਨਾਮ ਲੈ ਸਕਦੇ ਹੋ ਕਿਉਂਕਿ ਜਿਹੜੇ ਫੰਕਸ਼ਨ ਦੇ ਨਾਮ ਹੁੰਦੇ ਨੇ ਉਹ ਯੂਜ਼ਰ ਡਿਫਾਈਨਡ ਫੰਕਸ਼ਨ ਨੇ ਇਹ ਤੇ ਯੂਜ਼ਰ ਹੀ ਡਿਫਾਈਨ ਕਰਦਾ ਇਹਨਾਂ ਦੇ ਨਾਮ। ਸੋ ਆਪਾਂ ਇੱਥੇ ਕੋਈ ਵੀ ਨਾਮ ਲੈ ਸਕਦੇ ਹਾਂ। ਈਵਨ ਤੁਸੀਂ ABC ਔਰ XYZ ਕੋਈ ਵੀ ਨਾਮ ਲੈ ਸਕਦੇ ਹਾਂ ਆਪਾਂ। ਸੋ ਨੈਕਸਟ ਹੈ ਕਿ ਫੰਕਸ਼ਨ ਓਵਰਲੋਡਿੰਗ ਕਿਵੇਂ ਹੋਏਗੀ। ਫੰਕਸ਼ਨ ਓਵਰਲੋਡਿੰਗ ਕੀ ਹੈ ਕਿ ਜਦੋਂ ਤੁਸੀਂ ਬੇਸਿਕਲੀ ਫੰਕਸ਼ਨ ਓਵਰਲੋਡਿੰਗ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ ਕੋਈ ਸਿਮਿਲਰ ਟਾਸਕ ਪਰਫਾਰਮ ਕਰ ਰਹੇ ਹਾਂ। ਟਾਸਕ ਡਿਫਰੈਂਟ ਨੇ ਬਟ ਉਹ ਆਪਸ 'ਚ ਸਿਮਿਲਰ ਨੇ। ਹੁਣ ਦੇਖੋ ਇੱਥੇ ਆਪਾਂ ਤਿੰਨ ਏਰੀਆ ਪ੍ਰਿੰਟ ਕਰਵਾਏ ਨੇ। ਟਾਸਕ ਤਾਂ ਇੱਥੇ ਸਿਮਿਲਰ ਹੋ ਗਿਆ ਕਿ ਏਰੀਆ ਪ੍ਰਿੰਟ ਕਰਵਾ ਰਹੇ ਹਾਂ। ਸੋ ਆਪਾਂ ਨਾਮ ਵੀ ਇੱਥੇ ਇਕੱਲਾ ਏਰੀਆ ਲੈ ਸਕਦੇ ਸੀ। ਸੋ ਇਹ ਚੀਜ਼ ਆਪਾਂ ਅਚੀਵ ਕਰ ਸਕਦੇ ਹਾਂ ਯੂਜ਼ਿੰਗ ਫੰਕਸ਼ਨ ਓਵਰਲੋਡਿੰਗ। ਸੋ ਦੇਖੋ ਫੰਕਸ਼ਨ ਓਵਰਲੋਡਿੰਗ ਦੇ ਵਿੱਚ ਕੀ ਹੈ ਆਪਾਂ ਇੱਥੇ ਸੇਮ ਉਸੇ ਤਰੀਕੇ ਨਾਲ ਪ੍ਰੋਗਰਾਮ ਕ੍ਰੀਏਟ ਕੀਤਾ ਹੈ। ਇੱਥੇ ਆਪਾਂ ਤਿੰਨ ਫੰਕਸ਼ਨ ਲਏ ਨੇ, ਤਿੰਨਾਂ ਦੇ ਨਾਮ ਕੀ ਨੇ ਏਰੀਆ। ਪਹਿਲਾਂ ਆਪਾਂ ਨਾਮ ਅਲੱਗ-ਅਲੱਗ ਲਏ ਸੀ ਸਰਕਲ ਏਰੀਆ, ਰੈਕਟੈਂਗਲ ਏਰੀਆ ਐਂਡ ਸਕੁਅਰ ਏਰੀਆ। ਬਟ ਇੱਥੇ ਹੁਣ ਨਾਮ ਆਪਾਂ ਇੱਕੋ ਹੀ ਲੈ ਰਹੇ ਹਾਂ ਏਰੀਆ, ਏਰੀਆ ਐਂਡ ਏਰੀਆ। ਇਹਦੇ ਵਿੱਚ ਕੀ ਪ੍ਰਿੰਟ ਹੋ ਰਿਹਾ ਹੈ ਏਰੀਆ ਆਫ ਸਕੁਅਰ। ਇਸ ਏਰੀਆ ਫੰਕਸ਼ਨ 'ਚ ਕੀ ਹੋ ਰਿਹਾ ਹੈ ਏਰੀਆ ਆਫ ਸਰਕਲ। ਇਸ ਫੰਕਸ਼ਨ 'ਚ ਕੀ ਹੋ ਰਿਹਾ ਹੈ ਏਰੀਆ ਆਫ ਰੈਕਟੈਂਗਲ। ਹੁਣ ਇਹ ਹੈ ਕਿ ਕੰਪਿਊਟਰ ਨੂੰ ਕਿਵੇਂ ਪਤਾ ਚੱਲੇਗਾ, ਕੰਪਾਈਲਰ ਨੂੰ ਕਿਵੇਂ ਪਤਾ ਲੱਗੇਗਾ ਕਿ ਮੈਨੇ ਕਿਹੜਾ ਏਰੀਆ ਫੰਕਸ਼ਨ ਕਾਲ ਕਰਨਾ ਹੈ। ਆਪਣੇ ਕੋਲ ਇੱਥੇ ਤਿੰਨ ਏਰੀਆ ਫੰਕਸ਼ਨ ਨੇ। ਜਦੋਂ ਤੁਸੀਂ ਇੱਥੋਂ ਦੀ ਲਿਖਦੇ ਹੋ ਏਰੀਆ S ਕਿ ਏਰੀਆ ਫੰਕਸ਼ਨ ਨੂੰ ਕਾਲ ਕਰਨਾ ਹੈ। ਏਰੀਆ ਫੰਕਸ਼ਨ ਕਿਹੜਾ ਕਾਲ ਕਰੇਗਾ ਨੰਬਰ 1, ਨੰਬਰ 2 ਔਰ ਨੰਬਰ 3 ਤਿੰਨ ਏਰੀਆ ਫੰਕਸ਼ਨ ਨੇ। ਕੰਪਾਈਲਰ ਕਿਹੜੇ ਏਰੀਆ ਨੂੰ ਕਾਲ ਕਰੇਗਾ ਉਹ ਕਿਹਦੇ ਉੱਤੇ ਡਿਪੈਂਡ ਕਰੇਗਾ ਉਹਦੇ ਆਰਗੂਮੈਂਟ ਦੇ ਉੱਤੇ।
ਸੋ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਜੋ ਫੰਕਸ਼ਨ ਓਵਰਲੋਡਿੰਗ ਹੈ ਉਹਦੇ ਵਿੱਚ ਨਾਮ ਸੇਮ ਹੋਏਗਾ ਬਟ ਆਰਗੂਮੈਂਟ ਲਿਸਟ ਕੀ ਹੈ ਡਿਫਰੈਂਟ ਹੋਏਗੀ। ਹੁਣ ਡਿਫਰੈਂਟ ਕੀ ਹੈ ਕਿ ਨੰਬਰ ਆਫ ਆਰਗੂਮੈਂਟ ਵੀ ਡਿਫਰੈਂਟ ਹੋ ਸਕਦੇ ਨੇ ਤੇ ਉਹਨਾਂ ਦੀ ਟਾਈਪ ਵੀ ਡਿਫਰੈਂਟ ਹੋ ਸਕਦੀ ਹੈ। ਸੋ ਦੇਖੋ ਇਸ ਪ੍ਰੋਗਰਾਮ 'ਚ ਕੀ ਹੋ ਰਿਹਾ ਹੈ, ਆਪਾਂ 3 ਫੰਕਸ਼ਨ ਡਿਫਾਈਨ ਕੀਤੇ ਨੇ, ਏਰੀਆ ਐਂਡ ਏਰੀਆ। ਨਾਮ ਸੇਮ ਹੈ ਬਟ ਉਹਨਾਂ ਦੇ ਆਰਗੂਮੈਂਟ ਦੇਖੋ, ਇੱਥੇ ਆਪਣੇ ਕੋਲ ਇੱਕ ਆਰਗੂਮੈਂਟ ਹੈ, ਇੱਥੇ ਵੀ ਇੱਕ ਆਰਗੂਮੈਂਟ ਹੈ ਬਟ ਦੋਨਾਂ ਦੀ ਟਾਈਪ ਡਿਫਰੈਂਟ ਹੈ। ਇੱਥੇ ਟਾਈਪ ਕੀ ਹੈ ਇੰਟੀਜਰ, ਇੱਥੇ ਟਾਈਪ ਕੀ ਹੈ ਫਲੋਟ। ਦੈਨ ਇੱਥੇ ਆਪਣੇ ਕੋਲ ਕਿੰਨੇ ਆਰਗੂਮੈਂਟਸ ਨੇ 2 ਤੇ ਦੋਨਾਂ ਦੀ ਟਾਈਪ ਕੀ ਹੈ ਇੰਟੀਜਰ। ਸੋ ਆਪਣੇ ਕੋਲ ਤਿੰਨੋਂ ਆਰਗੂਮੈਂਟ ਲਿਸਟ ਨੇ ਜੋ ਡਿਫਰੈਂਟ ਨੇ, ਤਿੰਨੋਂ ਆਰਗੂਮੈਂਟ ਲਿਸਟ ਜੋ ਯੂਨੀਕ ਨੇ। ਸੋ ਇਸ ਕਰਕੇ ਇਹਨਾਂ ਦੀ ਕੀ ਹੋ ਰਹੀ ਹੈ ਇੱਥੇ ਫੰਕਸ਼ਨ ਓਵਰਲੋਡਿੰਗ ਹੋ ਰਹੀ ਹੈ। ਹੁਣ ਦੇਖੋ ਇਹ ਪ੍ਰੋਗਰਾਮ ਐਗਜ਼ੀਕਿਊਟ ਕਿਵੇਂ ਹੋਏਗਾ। ਸਭ ਤੋਂ ਪਹਿਲਾਂ ਆਪਾਂ ਨੇ ਉਸੇ ਤਰੀਕੇ ਨਾਲ ਇੰਟ ਐਲ ਬੀ ਐਸ 3 ਵੇਰੀਏਬਲ ਕ੍ਰੀਏਟ ਕੀਤੇ, ਫਲੋਟ ਆਰ ਇਹਦੀ ਆਪਾਂ ਨੂੰ ਨਹੀਂ ਜ਼ਰੂਰਤ ਹੈ। ਸੋ ਫਲੋਟ ਆਰ ਆਪਾਂ ਨੇ ਇੱਕ ਵੇਰੀਏਬਲ ਕ੍ਰੀਏਟ ਕਰ ਲਿਆ। ਦੈਨ ਤਿੰਨੋਂ ਫੰਕਸ਼ਨ ਨੂੰ ਡਿਕਲੇਅਰ ਕੀਤਾ, void ਏਰੀਆ int s, void area float है, void area int l and int b। सो तीनों फंक्शन दे नाम तो सेम ने बट आर्गूमेंट की ने डिफरेंट। सो आर्गूमेंट लिस्ट डिफरेंट होनी चाहिए हमेशा। देन सी आउट एंटर साइड ऑफ स्केयर अपने प्रिंट करवाया, एंटर साइड ऑफ स्केयर सपोज तुसी एंटर किया 10। सो 10 वैल्यू कित्थे चलेगी s दे विच। देन उस तो बाद एरिया s। हुण देखो एरिया फंक्शन नूं कॉल किया ਤੇ ਉਹਦੇ ਵਿੱਚ ਪਾਸ ਕੀ ਕਰ ਰਹੇ ਆਪਾਂ, ਇੱਕ ਸਿੰਗਲ ਆਰਗੂਮੈਂਟ ਪਾਸ ਕਰ ਰਹੇ ਹਾਂ s ਤੇ ਉਹ s ਦੀ ਡਾਟਾ ਟਾਈਪ ਕੀ ਹੈ ਇੰਟੀਜਰ। ਸੋ ਆਪਾਂ ਕਿਹੜੇ ਏਰੀਆ ਫੰਕਸ਼ਨ ਨੂੰ ਕਾਲ ਕਰਾਂਗੇ ਜਿੱਥੇ ਇੱਕ ਸਿੰਗਲ ਆਰਗੂਮੈਂਟ ਹੈ ਤੇ ਇੰਟੀਜਰ ਉਹਦੀ ਡਾਟਾ ਟਾਈਪ ਹੈ। ਸੋ ਇੱਥੇ ਤਾਂ ਦੇਖੋ 2 ਆਰਗੂਮੈਂਟ ਨੇ, ਇਹ ਫੰਕਸ਼ਨ ਨਹੀਂ ਕਾਲ ਹੋਏਗਾ। ਇੱਥੇ ਇੱਕ ਆਰਗੂਮੈਂਟ ਹੈ ਬਟ ਉਹਦੀ ਡਾਟਾ ਟਾਈਪ ਕੀ ਹੈ ਫਲੋਟ, ਤੇ ਇੱਥੇ ਇੱਕ ਆਰਗੂਮੈਂਟ ਹੈ ਉਹਦੀ ਡਾਟਾ ਟਾਈਪ ਇੰਟੀਜਰ ਹੈ। ਸੋ ਇਸ ਕਰਕੇ ਇਹ ਵਾਲਾ ਏਰੀਆ ਫੰਕਸ਼ਨ ਕਾਲ ਹੋਏਗਾ। ਇੱਥੇ ਆਪਾਂ ਪ੍ਰਿੰਟ ਕਰਵਾ ਰਹੇ ਹਾਂ ਸੀ ਆਊਟ ਏਰੀਆ ਆਫ ਸਕੇਅਰ is equal to s into s, that is 10 into 10 100 प्रिंट हो जाएगा। सो ਇਹਦੇ ਨਾਲ ਕੀ ਹੈ ਆਪਣਾ ਸਕੇਅਰ ਦਾ ਏਰੀਆ ਪ੍ਰਿੰਟ ਹੋ ਰਿਹਾ। ਨੈਕਸਟ ਸੀ ਆਊਟ ਐਂਟਰ ਰੇਡੀਅਸ ਆਫ ਸਰਕਲ। ਸੋ ਆਪਾਂ ਰੇਡੀਅਸ ਪ੍ਰਿੰਟ ਕਰਵਾਇਆ, ਰੇਡੀਅਸ ਆਫ ਸਰਕਲ। ਦੈਨ ਸੀਨ ਆਰ ਇੱਕ ਵੈਲਿਊ ਇਨਪੁਟ ਕੀਤੀ, ਸਪੋਜ਼ ਤੁਸੀਂ 10.0 ਵੈਲਿਊ एंटर करती, वो वैल्यू कितने आ गई आर दे विच। दैन हुण अगेन आप एरिया फंक्शन नूं कॉल कर रहे हैं। सो एरिया फंक्शन हुण किहड़ा कॉल होएगा जिथे एक सिंगल आर्गूमेंट है ते आर दी डाटा टाइप की है फ्लोट, ते ओहदी डाटा टाइप की होएगी फ्लोट। सो देखो सिंगल आर्गूमेंट ते डाटा टाइप फ्लोट ये वाला फंक्शन है, तो इस करके ये वाला फंक्शन इत्थे कॉल होएगा। इहदे विच हुण की प्रिंट करवा रहे हैं आपां एरिया ऑफ circle is equal to 3.14 into r that is 10 into 10। so आंसर आ गया 340। नेक्स्ट है एंटर लेंथ एंड ब्रेड्थ ऑफ रेक्टेंगल। सो ਇਹਦੇ ਨਾਲ मैसेज प्रिंट होया एंटर लेंथ एंड ब्रेड्थ ऑफ रेक्टेंगल। देन सीन एल एंड बी ਆਪਾਂ ਦੋ ਵੈਲਿਊਜ਼ ਇਨਪੁਟ ਕਰਨੀਆਂ ਨੇ। ਸਪੋਜ਼ ਆਪਾਂ ਵੈਲਿਊਜ਼ ਇਨਪੁਟ ਕੀਤੀਆਂ 10 ਐਂਡ 20। ਸੋ 10 ਵੈਲਿਊ ਕਿੱਥੇ ਆ ਗਈ ਐਲ ਦੇ ਵਿੱਚ, 20 ਵੈਲਿਊ ਆ ਗਈ ਬੀ ਚ। ਨੈਕਸਟ ਹੈ ਏਰੀਆ ਫੰਕਸ਼ਨ ਨੂੰ ਅਗੇਨ ਕਾਲ ਕੀਤਾ। ਹੁਣ ਇੱਥੇ ਆਪਾਂ ਦੋ ਆਰਗੂਮੈਂਟ ਪਾਸ ਕਰ ਰਹੇ ਹਾਂ। ਸੋ ਕਿਹੜਾ ਫੰਕਸ਼ਨ ਕਾਲ ਹੋਏਗਾ ਇਹ ਵਾਲਾ, ਕਿਉਂਕਿ ਇੱਥੇ ਆਪਣੇ ਕੋਲ ਦੋ ਆਰਗੂਮੈਂਟ ਨੇ। ਸੋ ਐਲ ਐਂਡ ਬੀ ਕੋਰੈਸਪੋਂਡਿੰਗਲੀ ਵੈਲਿਊਜ਼ ਇਹਨਾਂ ਚ ਆ ਜਾਣਗੀਆਂ 10 ਐਂਡ 20। ਸੋ ਉਸ ਤੋਂ ਬਾਅਦ ਸੀ ਆਊਟ एरिया ऑफ रेक्टेंगल प्रिंट हो जाएगा इज इक्वल टू एल इंटू बी, दैट इज 10 इंटू 20 इक्वल टू 200। सो इत्थे की हो रही है फंक्शन ओवरलोडिंग। फंक्शन ओवरलोडिंग की है व्हेन वी डिफाइन 2 और मोर फंक्शन। आपने देखो इत्थे 3 फंक्शन डिफाइन किए ने विद सेम नेम, तीनों का नेम सेम है बट विद आर्गूमेंट विद डिफरेंट आर्गूमेंट लिस्ट। सो जी उन्होंने आर्गूमेंट लिस्ट है वो की इतने डिफरेंट है। डिफरेंट और नंबर ऑफ आर्गूमेंट्स दे विच भी हो सकता है, दैट इज इतने 2 आर्गूमेंट्स ने, इतने 1 है एंड इतने भी 1 आर्गूमेंट है। तो उन्होंने जिहड़ा डिफरेंस है वो टाइप दे विच भी हो सकता है कि इतने एक दोनों के देखो आर्गूमेंट तो इतने सेम ने, नंबर ऑफ आर्गूमेंट सेम ने बट उन्होंने डाटा टाइप की है डिफरेंट है, दैट इज इंट एंड फ्लोट। सो इस करके आप ये वैलिड है क्योंकि इन्हों की आर्गूमेंट जी टाइप है डिफरेंट है। इतने 2 आर्गूमेंट ने, इतने एक आर्गूमेंट फ्लोट का है, एक आर्गूमेंट इंटीजर है।
ਸੋ ਇਸ ਨਾਲ ਕੀ ਹੋ ਰਹੀ ਹੈ ਫੰਕਸ਼ਨ ਓਵਰਲੋਡਿੰਗ। ਤੇ ਕੰਪਾਈਲਰ ਨੂੰ ਕਿਵੇਂ ਪਤਾ ਲੱਗੇਗਾ ਕਿ ਉਹਨੇ ਕਿਹੜਾ ਫੰਕਸ਼ਨ ਕਾਲ ਕਰਨਾ ਹੈ? ਉਹਨੂੰ ਪਤਾ ਲੱਗੇਗਾ ਆਰਗੂਮੈਂਟਸ ਤੋਂ। ਜਿਹੜੇ ਵੀ ਆਰਗੂਮੈਂਟ ਪਾਸ ਕਰਾਂਗੇ ਆਪਾਂ ਉਹਦੇ ਕੋਰੈਸਪੋਂਡਿੰਗਲੀ ਉਹ ਵਾਲਾ ਫੰਕਸ਼ਨ ਕਾਲ ਹੋਏਗਾ। ਸੋ ਇਸ ਤਰੀਕੇ ਨਾਲ ਆਪਾਂ ਫੰਕਸ਼ਨ ਓਵਰਲੋਡਿੰਗ ਕਰ ਸਕਦੇ ਹਾਂ। ਸੋ ਦੇਖੋ ਇੱਕ ਐਗਜ਼ਾਮਪਲ ਹੈ, ਜਿਵੇਂ ਕਿ ਤੁਸੀਂ ਇੱਕ ਸਮ ਫੰਕਸ਼ਨ ਕ੍ਰੀਏਟ ਕੀਤਾ, ਸਪੋਜ਼ void sum int a int b। ਇਹ ਕੀ ਕਰਵਾਏਗਾ? ਦੋ ਇੰਟੀਜਰ ਨੰਬਰਸ ਨੂੰ ਐਡ ਕਰਵਾਏਗਾ। ਦੈਨ ਇਸੇ ਤਰੀਕੇ ਨਾਲ ਇੱਕ ਹੋਰ ਫੰਕਸ਼ਨ ਕ੍ਰੀਏਟ ਕੀਤਾ int sum int a int b int c। ਇਹ ਕੀ ਹੈ? ਤਿੰਨ ਇੰਟੀਜਰ ਨੰਬਰਸ ਨੂੰ ਸਮ ਕਰਵਾਏਗਾ। void sum int a int b int c int d। ਇਹ ਕੀ ਕਰਵਾਏਗਾ? ਚਾਰ ਇੰਟੀਜਰ ਨੰਬਰ ਨੂੰ ਸਮ ਕਰਵਾਏਗਾ। void sum float a float b float c। ਇਹ ਕੀ ਕਰਵਾਏਗਾ? ਤਿੰਨ ਫਲੋਟ ਨੰਬਰਸ ਨੂੰ ਐਡ ਕਰਵਾਏਗਾ। ਸੋ ਇਸ ਤਰੀਕੇ ਨਾਲ ਕੀ ਹੈ, ਆਪਾਂ ਅਲੱਗ-ਅਲੱਗ ਫੰਕਸ਼ਨਸ ਦੇ ਨਾਮ ਸੇਮ ਰੱਖ ਸਕਦੇ ਹਾਂ, ਜਿਹਦੇ ਨਾਲ ਕੀ ਹੈ ਆਪਾਂ ਨੂੰ ਕਾਲ ਕਰਨ ਲੱਗੇ ਈਜ਼ੀ ਰਹੇਗਾ ਕਿ ਆਪਾਂ ਨੇ ਕਿਹੜਾ ਫੰਕਸ਼ਨ ਕਾਲ ਕਰਨਾ ਹੈ। ਆਪਾਂ ਨੂੰ ਅਲੱਗ-ਅਲੱਗ ਫੰਕਸ਼ਨ ਦੇ ਨਾਮ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ ਕਿ ਆਪਾਂ ਨੇ ਦੋ ਇੰਟੀਜਰ ਵਾਸਤੇ ਕਿਹੜਾ ਸਮ ਫੰਕਸ਼ਨ ਕਾਲ ਕਰਨਾ ਹੈ, ਤਿੰਨ ਵਾਸਤੇ ਕਿਹੜਾ ਸਮ ਫੰਕਸ਼ਨ ਕਾਲ ਕਰਨਾ ਹੈ, ਚਾਰ ਵਾਸਤੇ ਕਿਹੜਾ ਕਰਨਾ ਹੈ। ਸੋ ਜਦੋਂ ਸਾਰੇ ਫੰਕਸ਼ਨਸ ਦੇ ਨਾਮ ਸੇਮ ਨੇ ਤਾਂ ਆਪਾਂ ਸਿਰਫ ਕੀ ਕਰਾਂਗੇ, ਸਮ ਸਪੋਜ਼ ਤੁਸੀਂ x ਤੇ y ਨੂੰ ਐਡ ਕਰਵਾਣਾ ਹੈ ਤਾਂ ਇਹ ਆਟੋਮੈਟਿਕਲੀ ਕਿਹੜੇ ਫੰਕਸ਼ਨ ਨੂੰ ਕਾਲ ਕਰੇਗਾ? ਇਹ ਵਾਲੇ ਫੰਕਸ਼ਨ ਨੂੰ। ਅਗਰ ਤੁਸੀਂ ਲਿਖਿਆ ਸਮ a b c d, ਚਾਰ ਇੰਟੀਜਰ ਨੰਬਰ ਨੂੰ ਸਮ ਕਰਵਾਣਾ ਹੈ ਤਾਂ ਇਹ ਕਿਹੜੇ ਫੰਕਸ਼ਨ ਨੂੰ ਕਾਲ ਕਰੇਗਾ? ਇਹ ਵਾਲੇ ਫੰਕਸ਼ਨ ਨੂੰ ਕਾਲ ਕਰੇਗਾ। ਸੋ ਇੱਥੇ ਆਪਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ ਕਿ ਆਪਾਂ ਨੇ ਕਿਹੜਾ ਫੰਕਸ਼ਨ ਕਾਲ ਕਰਨਾ ਹੈ। ਤੁਸੀਂ ਜਸਟ ਨਾਮ ਕੀ ਯਾਦ ਰੱਖ ਰਹੇ ਆ? ਇੱਥੇ ਸਿਰਫ ਇੱਕ ਫੰਕਸ਼ਨ ਦਾ ਨਾਮ ਯਾਦ ਰੱਖ ਰਹੇ ਆਪਾਂ, ਸਮ। ਹੋ ਸਕਦਾ ਸੀ ਆਪਾਂ ਅਲੱਗ-ਅਲੱਗ ਨਾਮ ਵੀ ਲੈ ਸਕਦੇ ਸੀ। ਇਹਦਾ ਨਾਮ ਲੈ ਲਿਆ ਸਮ, ਇਹਦਾ ਨਾਮ ਲੈ ਲਿਆ ਆਪਾਂ ਨੇ ਐਡ, ਇਹਦਾ ਨਾਮ ਲੈ ਲਿਆ ਆਪਾਂ ਨੇ ਐਡੀਸ਼ਨ। ਸੋ ਇਸ ਤਰੀਕੇ ਨਾਲ ਤੁਸੀਂ ਅਲੱਗ-ਅਲੱਗ ਨਾਮ ਵੀ ਲੈ ਸਕਦੇ ਸੀ, ਬਟ ਉੱਤੇ ਕੀ ਹੈ ਕਿ ਕਨਫਿਊਜ਼ਨ ਹੋ ਸਕਦੀ ਹੈ ਕਿ ਦੋ ਇੰਟੀਜਰ ਵਾਲੇ ਨੂੰ ਐਡ ਕਰਨ ਦਾ ਫੰਕਸ਼ਨ ਕਿਹੜਾ ਹੈ, ਤਿੰਨ ਨੂੰ ਐਡ ਕਰਨ ਵਾਲੇ ਦਾ ਫੰਕਸ਼ਨ ਦਾ ਨਾਮ ਕਿਹੜਾ ਹੈ, ਚਾਰ ਇੰਟੀਜਰ ਨੂੰ ਐਡ ਕਰਨ ਵਾਲੇ ਫੰਕਸ਼ਨ ਦਾ ਨਾਮ ਕਿਹੜਾ ਹੈ। ਸੋ ਆਪਾਂ ਅਲੱਗ-ਅਲੱਗ ਫੰਕਸ਼ਨ ਦੇ ਨਾਮ ਯਾਦ ਰੱਖਣੇ ਡਿਫਿਕਲਟ ਹੋ ਸਕਦੇ ਨੇ। ਸੋ ਇਹਨੂੰ ਆਪਾਂ ਅਚੀਵ ਕਰ ਸਕਦੇ ਹਾਂ ਯੂਜ਼ਿੰਗ ਫੰਕਸ਼ਨ ਓਵਰਲੋਡਿੰਗ। ਸੋ ਫੰਕਸ਼ਨ ਓਵਰਲੋਡਿੰਗ ਕੀ ਹੈ? ਇੱਕ ਕਨਸੈਪਟ ਹੈ ਪੋਲੀਮੋਰਫਿਜ਼ਮ ਦਾ, ਜਿਹੜਾ ਕਿ ਪੋਲੀਮੋਰਫਿਜ਼ਮ ਇੱਕ ਕਨਸੈਪਟ ਹੈ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ। ਸੋ ਪੋਲੀਮੋਰਫਿਜ਼ਮ ਨੂੰ ਅੱਗੇ ਆਪਾਂ ਹੋਰ ਡਿਟੇਲ ਚ ਕਰਾਂਗੇ ਨੈਕਸਟ ਲੈਕਚਰਸ। ਸੋ ਫਿਲਹਾਲ ਆਪਾਂ ਪੋਲੀਮੋਰਫਿਜ਼ਮ ਦਾ ਇੱਕ ਮੈਥਡ ਕੀਤਾ ਹੈ ਫੰਕਸ਼ਨ ਓਵਰਲੋਡਿੰਗ। ਸੋ ਇਹ ਕਾਫੀ ਇੰਪੋਰਟੈਂਟ ਹੈ, ਅੱਗੇ ਵੀ ਕਾਫੀ ਯੂਜ਼ ਹੋਏਗਾ ਨੈਕਸਟ ਲੈਕਚਰਸ। ਸੋ ਇਹਨੂੰ ਧਿਆਨ ਨਾਲ ਚੰਗੀ ਤਰ੍ਹਾਂ ਕਰ ਲੈਣ। ਥੈਂਕ ਯੂ।